सत श्री अकाल। तुसीं लोकराण चैनल पंजाबी देख रहे हो। मैं तुहाडे नाल सुखविंदर सिंह। सारे देश ते दुनिया दीआं निगाहां किसान अंदोलन उत्ते टिकीआं होईआं ने, पर अज सब तो वड्डी गल ये रही कि सारे किसान लीडर जिहड़े ने ਉਹ ਸਿੰਘੂ ਬਾਰਡਰ ਦੇ ਉੱਤੇ ਸਟੇਜ ਤੇ ਸੰਬੋਧਨ ਕਰਨ ਪਹੁੰਚੇ। ਸਭ ਤੋਂ ਖਾਸ ਰਹੇ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ। थिंक टैंक जिहड़ा उन्होंने कहा जाता है किसानों की जथेबंदियों का, उन्होंने की कुछ अपील की, उहदे मायने की ने, नौजवानों ते लीडरां नूं की कुछ कहा, उस उत्ते गलबात करांगे। दूजी गल कि गुरदास मान पहुंचे सन, उन्हां दा विरोध होया, उस उत्ते भी गलबात करांगे। अरविंद केजरीवाल ने की कुछ कहा ते किसान अंदोलन दे विचाले जिहड़ा भारत बंद दा सद्दा दिता गया ते उस तो बाद अगले भलकी किसानां दी केंद्र दे नाल मीटिंग होएगी, उस दे उत्ते भी सब दीआं नज़रां टिकियां ने, उस दे की मायने ने, उस उत्ते भी असीं गलबात करांगे। मेरे नाल सीनियर पत्रकार परमिंदर सिंह रायपुर मौजूद ने। परमिंदर जी, किदां देखदे हो किसान अंदोलन नूं लैके चर्चावां जिहड़ियां ਉਹ 8 तरीक ਦੇ ਭਾਰਤ ਬੰਦ ਨੂੰ ਲੈ ਕੇ ਹੋ ਰਹੀਆਂ ਨੇ, ਕਿਸ ਤਰ੍ਹਾਂ ਦਾ ਜਿਹੜਾ ਹੁੰਗਾਰਾ ਆਪਾਂ ਜੇ ਉੱਥੋਂ ਸ਼ੁਰੂ ਕਰੀਏ ਕਿ ਦੇਸ਼ ਭਰ ਚੋਂ ਕਿਵੇਂ ਦਾ ਮਿਲ ਰਿਹਾ? ਦੇਖੋ, ਜਿਹੜਾ ਹੁੰਗਾਰਾ ਹੈ ਉਹਦਾ ਲੰਮੇ ਸਮੇਂ ਤੋਂ ਸੁਖਵਿੰਦਰ ਜੀ ਬੜਾ ਅੱਛਾ ਮਿਲ ਰਿਹਾ। ਹੁਣ ਤਾਂ ਐਂ ਕਹਿ ਲਓ ਕਿ ਜਿਵੇਂ ਭਖਦਾ ਗਿਆ ਅੰਦੋਲਨ, ਹੁਣ ਤਾਂ ਸਿਖਰ 'ਤੇ ਆ। ਅਤੇ ਇਹ ਤਾਂ ਹੁਣ ਉੱਥੇ ਇਸ ਕਹਿ ਲਓ ਸਟੇਜ 'ਤੇ ਪਹੁੰਚ ਚੁੱਕਿਆ ਕਿ ਆਰ ਪਾਰ ਹੋਣਾ। ਹੁਣ ਕਿੱਲਾ ਜਿਹੜੇ ਆਗੂ ਨੇ ਜਾਂ ਜਿਹੜੇ ਲੀਡ ਕਰ ਰਹੇ ਨੇ ਅੰਦੋਲਨ ਨੂੰ, ਜਾਂ ਜਿਹੜੇ ਆਗੂ ਬਣੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਸੀਗਾ ਅੰਦੋਲਨ, ਕੇਵਲ ਤੇ ਕੇਵਲ ਉਹ ਨਹੀਂ, ਹੁਣ ਹਰ ਇੱਕ ਬੱਚੇ ਦੀ ਕਹਿ ਲਓ ਵੀ ਜ਼ੁਬਾਨ ਦੇ ਉੱਤੇ ਗੱਲ ਇਹ ਹੈ ਕਿ ਕਾਨੂੰਨ ਰੱਦ ਕਰੇ ਜਾਣ। ਜੇ ਨਹੀਂ ਰੱਦ ਹੁੰਦੇ ਤਾਂ ਉੱਥੇ ਬੈਠੇ ਆ, ਜੋ ਹੁੰਦਾ ਦੇਖੀ ਜਾਏਗੀ। ਸੋ ਇਸ ਸਥਿਤੀ ਦੇ ਵਿੱਚ ਜਾ ਕੇ ਜੇ ਆਪਾਂ ਕਹੀਏ ਕਿ ਕਿੱਦਾਂ ਦਾ ਮਾਹੌਲ ਹੈ ਹੁਣ, ਕਿੱਦਾਂ ਦੀ ਅੱਗੇ ਜਿਹੜੀ ਉਹ ਹੋਏਗੀ ਯੋਜਨਾ ਹੋਏਗੀ ਜਾਂ ਨੀਤੀ ਕਿਸ ਤਰ੍ਹਾਂ ਦੀ ਹੋਏਗੀ ਅੰਦੋਲਨ ਦੀ, ਤਾਂ ਉਹਦਾ ਸਾਫ਼ ਜੀ ਇਸ ਨੂੰ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਕਿ ਦੇਸ਼ ਭਰ ਦਾ ਕਿਸਾਨ ਜਿਹੜਾ ਹੈਗਾ ਹੁਣ ਇਕਮੁੱਠ ਹੋ ਕੇ ਆ ਗਿਆ। ਜਿਹੜੇ ਦਿੱਲੀ ਨਹੀਂ ਪਹੁੰਚ ਸਕੇ ਜਾਂ ਕਿਸੇ ਕਾਰਨ ਲੇਟ ਨੇ, ਪਹੁੰਚ ਰਹੇ ਨੇ, ਤਾਂ ਉਹ ਜਿੱਥੇ ਵੀ ਹੈਗੇ ਨੇ, ਜਿਹੜੀ ਵੀ ਸਟੇਟ ਦੇ ਵਿੱਚ ਬੈਠੇ ਨੇ, ਜਿਹੜੇ ਵੀ ਸ਼ਹਿਰ 'ਚ ਬੈਠੇ ਨੇ, ਉੱਥੇ ਹੀ ਅੰਦੋਲਨ ਦਾ ਸਾਥ ਦੇ ਰਹੇ ਨੇ, ਉੱਥੇ ਸੰਘਰਸ਼ ਕਰ ਰਹੇ ਨੇ। ਰੋਹ ਪ੍ਰਦਰਸ਼ਨ ਜਿਹੜੇ ਹੈਗੇ ਨੇ ਉੱਥੇ ਸ਼ੁਰੂ ਕਰਤੇ। ਕੱਲ੍ਹ ਤੁਸੀਂ ਦੇਖਿਆ ਹੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਦੇਖਿਆ ਹੀ, ਨੰਗੇ ਧੜ ਉਹਨਾਂ ਨੇ ਪ੍ਰਦਰਸ਼ਨ ਕੀਤਾ 4-5 ਘੰਟੇ ਲਗਾਤਾਰ ਸੜਕ ਦੇ ਉੱਤੇ। ਅਤੇ ਉਹ ਇੱਦਾਂ ਜਿਹੜਾ ਜਿੱਥੇ ਵੀ ਕਿਤੇ ਉਹਨਾਂ ਨੂੰ ਥਾਂ ਮਿਲ ਰਹੀ ਹੈ, ਜਾਂ ਜਿੱਥੇ ਕਿਤੇ ਸੁਨੇਹਾ ਪਹੁੰਚ ਰਿਹਾ, ਜਾਂ ਜਿੱਥੇ ਕਿਤੇ ਇਕੱਠੇ ਹੋ ਰਹੇ ਨੇ ਕਿਸਾਨ, ਉੱਥੇ ਹੀ ਉਹਨਾਂ ਨੇ ਉੱਥੋਂ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰਤਾ ਔਰ ਦਿੱਲੀ ਵੱਲ ਨੂੰ ਚੱਲ ਜਿਹੜੇ ਹੈਗੇ ਉਹ ਪਾ ਦਿੱਤੇ ਆ। ਬਿਲਕੁਲ। ਕਿਸਾਨ ਜਥੇਬੰਦੀਆਂ ਦੇ ਆਪਾਂ ਬਿਆਨਾਂ ਤੇ ਕੀ ਕਹਿਣਾ ਚਾਹੋਗੇ? ਜਿਹੜੇ ਹੁਣ ਤਾਜ਼ਾ ਭਾਸ਼ਣ ਜਿਹੜੇ ਵਾਇਰਲ ਹੋ ਰਹੇ ਨੇ, ਬਲਬੀਰ ਸਿੰਘ ਰਾਜੇਵਾਲ ਦਾ ਭਾਸ਼ਣ ਜਿਹੜਾ ਸਭ ਤੋਂ ਵੱਧ ਅਹਿਮੀਅਤ ਰੱਖਦਾ, ਕਿਉਂਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਉਹ ਅੱਗੇ ਹੋ ਕੇ ਜਿਹੜਾ ਲੀਡ ਕਰ ਰਹੇ ਨੇ ਇਸ ਸਾਰੀ ਚੀਜ਼ ਨੂੰ। ਉਹ ਕਹਿੰਦੇ ਨੇ ਕਿ ਸਾਨੂੰ ਸਿਰਦਰਦੀ ਨਾ ਦਿੱਤੀ ਜਾਵੇ। ਉਹ ਲੋਕਾਂ ਨੂੰ ਕਹਿ ਰਹੇ ਨੇ ਕਿ ਤਰਸ ਕਰੋ, ਲੀਡਰਾਂ ਨੂੰ, ਨੌਜਵਾਨਾਂ ਨੂੰ, ਕਿਸਾਨਾਂ ਨੂੰ, ਜਿਹੜੇ ਹੁੱਲੜਬਾਜ਼ੀ ਕਰਦੇ ਨੇ ਉਹਨਾਂ ਨੂੰ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਕੀ ਕੁਝ ਰਾਜੇਵਾਲ ਸਾਹਿਬ ਨੇ ਕਿਹਾ? ਸੁਖਵਿੰਦਰ, ਜਿਹੜੀ ਸਪੀਚ ਰਾਜੇਵਾਲ ਸਾਹਿਬ ਨੇ ਦਿੱਤੀ ਹੈ ਨਾ, ਮਜਬੂਰੀ ਬਸ ਹੋ ਕੇ ਉਹਨਾਂ ਨੂੰ ਦੇਣੀ ਪਈ ਆ। ਉਹਨਾਂ ਨੇ ਸੁਨੇਹਾ ਦਿੱਤਾ ਇੱਕ ਵੀ ਸਦਭਾਵਨਾ ਨਾਲ ਜਿਹੜਾ ਅੰਦੋਲਨ ਹੈ ਇਹਨੂੰ ਚਲਾ ਲੈਣ ਦਿਓ। ਇੱਕ ਨਿਰਣਾਇਕ ਸਥਿਤੀ ਦੇ ਵਿੱਚ, ਇੱਕ ਨਿਰਣਾਇਕ ਜਿਹੜੀ ਪੋਜੀਸ਼ਨ ਹੁੰਦੀ ਹੈ ਜਾਂ ਸਥਿਤੀ ਦੇ ਥਾਂ ਕਹਿ ਲਓ, ਆਰ ਪਾਰ ਦੀ ਲੜਾਈ ਵਾਲੀ ਜਗ੍ਹਾ ਕਹਿ ਲਓ, ਉੱਥੇ ਪਹੁੰਚਿਆ ਹੋਇਆ ਅੰਦੋਲਨ, ਤਾਂ ਇਹਨੂੰ ਖੰਡਾਉਣ ਦੇ ਲਈ, ਇਹਨੂੰ ਖਤਮ ਕਰਨ ਦੇ ਲਈ, ਇਹਨੂੰ ਬਦਨਾਮ ਕਰਨ ਦੇ ਲਈ ਸਰਕਾਰ ਤਾਂ ਜ਼ੋਰ ਲਾ ਹੀ ਰਹੀ ਹੈ ਨਾ। ਅਤੇ ਉਹਦੇ ਨਾਲ ਕੁਝ ਕੁ ਹੁੱਲੜਬਾਜ਼ ਜਿਹੜੇ ਉੱਥੇ ਤਮਾਸ਼ਾ ਵੇਖਣ ਵੀ ਜਾਂਦੇ ਨੇ ਲੋਕ। ਦੇਖੋ, ਇੱਦਾਂ ਨਹੀਂ ਹੁੰਦਾ ਵੀ ਸਾਰੇ ਹੀ ਸੁਹਿਰਦ ਬੰਦੇ ਉੱਥੇ ਬੈਠੇ ਨੇ। 5-4% ਇੱਦਾਂ ਦੇ ਲੋਕ ਚਲੇ ਜਾਂਦੇ ਨੇ ਜਿਨ੍ਹਾਂ ਦਾ ਮਕਸਦ ਹੁੰਦਾ ਕਿ ਚਲੋ ਦੇਖ ਕੇ ਇਹ ਮੇਲਾ। ਨਾ ਉਹਨਾਂ ਨੂੰ ਸਮਝ ਹੁੰਦੀ ਹੈ ਵਿਸ਼ੇ ਦੀ, ਨਾ ਉਹਨਾਂ ਦਾ ਕੋਈ ਸਾਰੋਕਾਰ ਹੁੰਦਾ, ਵਿਹਲੜ ਹੁੰਦੇ ਨੇ ਉਹ 2-4%। ਉਹਨਾਂ ਨੇ ਜਾ ਕੇ ਹੁੱਲੜਬਾਜ਼ੀ ਕਰਨੀ ਹੁੰਦੀ ਹੈ। ਸੋ ਉਹਨਾਂ ਲੋਕਾਂ ਨੂੰ ਉਹਨਾਂ ਨੇ ਹਦਾਇਤ ਕੀਤੀ ਹੈ ਰਾਜੇਵਾਲ ਸਾਹਿਬ ਨੇ ਕਿ ਉਹਨਾਂ ਨੂੰ ਪਰੇਸ਼ਾਨ ਨਾ ਕਰੋ। ਖਾਸ ਤੌਰ 'ਤੇ ਜਿਹੜੇ ਬੰਦੇ, ਚਾਹੇ ਉਹ ਰਾਜਨੀਤਿਕ ਬੰਦੇ ਨੇ, ਖਾਸ ਕਰਕੇ ਕਿਉਂਕਿ ਰਾਜਨੀਤਿਕ ਬੰਦਿਆਂ ਦੇ ਬਹੁਤ ਜ਼ਿਆਦਾ ਢਿੱਡ ਪੀੜ ਹੋ ਰਹੀ ਹੈ ਕਿ ਇਹਨੂੰ ਖਾਲਿਸਤਾਨੀ ਅੰਦੋਲਨ, ਕੱਟੜਵਾਦੀਆਂ ਦਾ ਅੰਦੋਲਨ, ਵੱਖਵਾਦੀਆਂ ਦਾ ਅੰਦੋਲਨ, ਕਾਂਗਰਸੀ ਅੰਦੋਲਨ, ਫਲਾਣਾ ਅੰਦੋਲਨ, ਨਕਸਲਵਾਦ ਦਾ ਅੰਦੋਲਨ, ਇੱਦਾਂ ਦਾ ਕਹਿਣ ਦੀਆਂ ਜਿਹੜੀਆਂ ਉਹਨਾਂ ਦੇ ਅੰਦਰ ਭਾਵਨਾਵਾਂ ਨੇ ਉਜਾਗਰ ਕਰਨ ਦਾ ਕਿ ਉਹਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ, ਉਹਨਾਂ ਨੂੰ ਮੂਹਰੇ ਨਹੀਂ ਲਾਇਆ ਜਾ ਰਿਹਾ, ਜਾਂ ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾ ਰਹੀ, ਜਾਂ ਉਹਨਾਂ ਨੂੰ ਸਟੇਜ ਨਹੀਂ ਦਿੱਤੀ ਜਾ ਰਹੀ, ਉਹਨਾਂ ਨੂੰ ਬੋਲਣ ਲਈ ਅੱਗੇ ਨਹੀਂ ਕੀਤਾ ਜਾ ਰਿਹਾ, ਜਾਂ ਉਹਨਾਂ ਨੂੰ ਇਸ ਅੰਦੋਲਨ ਦੇ ਵਿੱਚ ਮਾਣ ਸਨਮਾਨ ਨਹੀਂ ਮਿਲ ਰਿਹਾ। ਠੀਕ ਹੈ ਨਾ? ਠੀਕ ਹੈ। ਉਹ ਬੰਦੇ ਉਹਨਾਂ ਨੇ ਬਕਾਇਦਾ ਤੌਰ 'ਤੇ ਕਿਹਾ ਕਿ ਸਾਡੀ ਸਥਿਤੀ ਹੈ ਬਹੁਤ ਨਾਜ਼ੁਕ, ਸੋਚਣ ਦੀ।
ਸਾਨੂੰ ਸੋਚਣ ਦਿਓ, ਸਾਨੂੰ ਇਹ ਅੰਦੋਲਨ ਨੂੰ ਸਿਖਰ ਤੇ ਪਹੁੰਚਿਆ ਹੋਇਆ, ਇਹ ਸਾਨੂੰ ਸਫਲਤਾਪੂਰਵਕ ਨੇਪਰੇ ਚਾੜਨ ਦਿਓ, ਸਾਨੂੰ ਪਰੇਸ਼ਾਨ ਨਾ ਕਰੋ ਇੱਦਾਂ ਦੇ ਬਿਆਨਬਾਜ਼ੀਆਂ ਕਰਕੇ। ਤੁਸੀਂ ਆਪਣੇ ਘਰਾਂ 'ਚ ਰਜਾਈਆਂ 'ਚ ਸੋ ਰਹੇ ਹੋ, ਤੁਸੀਂ ਆਪਣੇ ਬੱਚਿਆਂ ਨੂੰ ਪਾਲ ਰਹੇ ਹੋ, ਤੁਹਾਨੂੰ ਸਰਕਾਰਾਂ ਨੇ ਸਹੂਲਤਾਂ ਦਿੱਤੀਆਂ ਹੋਈਆਂ ਨੇ, ਗਾਰਡ ਤੁਹਾਨੂੰ ਸੌਂਪੇ ਹੋਏ ਨੇ, ਗੱਡੀਆਂ ਤੁਹਾਨੂੰ ਸੌਂਪ ਰਹੀਆਂ ਨੇ, ਲੋਕਾਂ ਦੀਆਂ ਜੇਬਾਂ 'ਚੋਂ ਕੱਢ ਕੇ ਪੈਸਾ ਲੁੱਟ ਕੇ ਤੁਸੀਂ ਕਾਰਾਂ ਦੇ ਵਿੱਚ ਉਹਨਾਂ ਤੇਲ ਫੂਕ ਕੇ ਜਿੱਥੇ ਮਰਜ਼ੀ ਜਾ ਸਕਦੇ ਹੋ। ਸਿਕਿਉਰਿਟੀ ਤੁਹਾਡੇ ਅੱਗੇ ਪਿੱਛੇ, ਭਾਵੇਂ ਕਿ ਤੁਸੀਂ ਗੱਲਾਂ ਮਾਰਦੇ ਸੀਗੇ ਕਿ ਅਸੀਂ ਜਿਹੜਾ VIP ਕਲਚਰ ਖਤਮ ਕਰ ਦਾਂਗੇ, ਲਗਾਤਾਰ ਹੂਟਰ ਵੱਜਦੇ ਫਿਰਦੇ ਨੇ। ਹੁਣ ਲੋਕਾਂ ਨੂੰ ਸੜਕਾਂ ਦੇ ਡੰਡਿਆਂ ਨਾਲ ਫਿਰ ਪਰੇ ਕਰਿਆ ਜਾਣ ਲੱਗਿਆ, ਅਤੇ ਉਹ ਚੀਜ਼ਾਂ ਤੁਸੀਂ ਮਾਣ ਰਹੇ ਹੋ ਤਾਂ ਮਾਣੀ ਜਾਓ। ਤੁਸੀਂ ਇਹਨਾਂ ਨੂੰ ਕਿਉਂ ਬਦਨਾਮ ਕਰਨ ਤੇ ਤੁਲੇ ਹੋ? ਜਾਂ ਤਾਂ ਕੱਢ ਲਿਆਓ ਭਾਈ, ਕੌਣ ਹੈ ਨਕਸਲਵਾਦੀ, ਕੌਣ ਹੈ ਕੱਟੜਵਾਦੀ, ਕੌਣ ਹੈ ਵੱਖਵਾਦੀ, ਖਾਲਿਸਤਾਨੀ, ਕੱਢ ਲਿਆਓ ਉਹਨੂੰ ਬਾਹਰ ਵੀ ਆਹ ਦੇਖੋ ਤੁਹਾਡੇ ਉਹਦੇ ਸਟੇਜਾਂ 'ਤੇ ਬੋਲ ਰਿਹਾ ਭਾਈ। ਨਾਂ ਕਿਉਂ ਨਹੀਂ ਲੈਂਦੇ? ਨਾਂ ਲੈ ਲੈਣ, ਪਛਾਣ ਕਰਦੇ ਨੇ। ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਜੋ ਉਹ ਜਿਹੜੀ ਗੱਲ ਕਰ ਰਹੇ ਨੇ ਬਕਾਇਦਾ ਤੌਰ 'ਤੇ ਇੱਕ ਬੇਨਤੀ ਕੀਤੀ ਹੈ, ਹਦਾਇਤ ਵੀ ਦਿੱਤੀ ਹੈ, ਇੱਕ ਸੁਨੇਹਾ ਵੀ ਦਿੱਤਾ ਹੈ, ਅਤੇ ਉਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਇਸ ਨੂੰ ਸਫਲਤਾਪੂਰਵਕ ਨੇਪਰੇ ਚੜ੍ਹ ਲੈਣ ਦਿਓ। ਬਹੁਤ ਵੱਡੇ ਲੈਵਲ 'ਤੇ ਪਹੁੰਚ ਚੁੱਕੇ ਆ। ਵਿਸ਼ਵ ਭਰ ਦੇ ਵਿੱਚ ਲੋਕ ਟਰੈਕਟਰ ਟਰਾਲੀਆਂ ਲੈ ਕੇ ਕੱਢ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ, ਉਹ ਇਹਨਾਂ ਦਾ ਸਾਥ ਦੇ ਰਹੇ ਨੇ ਕਿ ਹਾਂ ਭਾਰਤ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਸੱਚੀ ਮੁੱਚੀ ਧੱਕਾ ਹੋ ਰਿਹਾ ਹੈ। ਕੇਂਦਰ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਧੱਕੇ ਨਾਲ ਕਾਨੂੰਨ ਥੋਪ ਰਹੀ ਹੈ, ਭਾਰਤ ਦੇ ਸਾਰੇ ਕਿਸਾਨ ਇਕੱਠੇ ਨੇ। ਸੋ ਇਹ ਚੀਜ਼ ਨੂੰ ਉਹਨਾਂ ਨੇ ਬਕਾਇਦਾ ਤੌਰ 'ਤੇ ਇੱਕ ਲੋਕਾਂ ਦੇ ਵਿੱਚ ਸੁਨੇਹਾ ਦੇ ਕੇ ਭੇਜਿਆ ਆਪਣੀ ਸਪੀਚ ਰਾਹੀਂ ਕਿ ਕਿਤੇ ਨਾ ਕਿਤੇ ਜੇ ਕਿਤੇ ਸਾਡਾ ਕੋਈ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰੀ ਸਾਰੀ ਉਹਨਾਂ ਦੇ ਸਿਰ 'ਤੇ। ਬਿਲਕੁਲ। ਦੂਜੀ ਗੱਲ ਇਹ ਹੈ ਵੀ ਜਿਵੇਂ ਆਪਾਂ ਜੇ ਗੱਲ ਕਰੀਏ, ਉਹ ਕਹਿੰਦੇ ਵੱਖੋ ਵੱਖਰੀਆਂ ਸਟੇਜਾਂ ਦੀ ਵੀ ਗੱਲ ਹੋ ਰਹੀ ਹੈ ਉੱਥੇ ਕਿ ਇਹੋ ਇਸ ਤਰ੍ਹਾਂ ਨਾ ਕਰੋ, ਕਿਉਂਕਿ ਇਹਦੇ ਨਾਲ ਜਿਹੜਾ ਉਹ ਇਕੱਠ ਖਿੰਡ ਜਾਂਦਾ, ਜਿਹੜਾ ਏਕਾ ਉਹਨੂੰ ਕਿਤੇ ਨਾ ਕਿਤੇ ਸੱਟ ਵੱਜਦੀ ਹੈ। ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਉੱਥੇ ਬੋਲਣ ਤੋਂ ਰੋਕਿਆ ਗਿਆ, ਉਹਨੂੰ ਲੈ ਕੇ ਵੀ ਨੌਜਵਾਨੀ ਦੇ ਵਿੱਚ ਜਿਹੜਾ ਉਹ ਕਿਤੇ ਨਾ ਕਿਤੇ ਨਾਰਾਜ਼ਗੀ ਨਜ਼ਰ ਆਈ। ਪਰ ਨੌਜਵਾਨਾਂ ਨੂੰ ਇਹ ਸਮਝਣਾ ਨਹੀਂ ਚਾਹੀਦਾ ਜਾਂ ਦੀਪ ਸਿੱਧੂ ਤੇ ਲੱਖੇ ਸਿਧਾਣਾ ਨੂੰ ਕਿ ਮਸਲਾ ਕਿਸਾਨੀ ਦਾ ਹੈ। ਜਦੋਂ ਵੀ ਪੰਜਾਬ 'ਚ ਕਿਸਾਨੀ ਦਾ ਮੁੱਦਾ ਉੱਠਦਾ ਹੈ ਤਾਂ ਕਿਸਾਨ ਜਿਹੜੇ ਨੇ ਉਹੀ ਅੱਗੇ ਆ ਕੇ ਜਥੇਬੰਦੀਆਂ ਉਹੀ ਲੀਡ ਕਰਦੀਆਂ। ਇਹ ਜਿਹੜੇ ਨੇ ਬਾਕੀ ਲੋਕ ਨੇ, ਹਾਲਾਂਕਿ ਇਹਨਾਂ ਦੀਆਂ ਗੱਲਾਂ ਕਿਤੇ ਨਾ ਕਿਤੇ ਸਹੀ ਹੁੰਦੀਆਂ ਨੇ, ਪਰ ਇਹ ਸਿਰਫ ਕਿਤੇ ਨਾ ਕਿਤੇ ਕਹਿੰਦੇ ਵੀ ਮਤਲਬ ਕਿ ਆਪਣੀ ਸੁਰਖੀਆਂ ਦੇ ਵਿੱਚ ਰਹਿਣ ਲਈ, ਆਪਣੀ ਚਰਚਾ ਛੇੜਨ ਦੇ ਲਈ ਕਿ ਲੋਕਾਂ ਦੇ ਵਿੱਚ ਫਲਾਣੇ ਨੇ ਇੱਦਾਂ ਕਰਤਾ, ਫਲਾਣੇ ਨੇ ਉੱਦਾਂ ਕਰਤਾ। ਦੇਖੋ, ਇਹ ਤਾਂ ਜਿਹੜੇ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਇੱਕ ਅੰਦਰ ਤਲਬ ਹੁੰਦੀ ਹੈ ਕਿ ਉਹਨਾਂ ਨੂੰ ਭੀੜ ਦਿਖੇ। ਸੋ ਉਹ ਤਲਬ ਮਿਟਾਉਣ ਲਈ ਤਾਂ ਠੀਕ ਹੈ, ਜੇ ਉਹਨਾਂ ਨੂੰ ਸਟੇਜ ਭਾਲ ਦੇ ਉਹ ਤਾਂ ਕੋਈ ਗੱਲ ਨਹੀਂ, ਉਹਨਾਂ ਨੂੰ ਸਮਝਾਇਆ ਜਾ ਸਕਦਾ। ਗੱਲ ਇੰਨੀ ਹੈ ਕਿ ਜਿਹੜੇ ਲੋਕ ਗੁੱਸਾ ਕਰਦੇ ਨੇ ਕਿ ਲੱਖੇ ਸਿਧਾਣੇ ਨੂੰ ਜਾਂ ਦੀਪ ਸਿੱਧੂ ਨੂੰ ਕਿਉਂ ਨਹੀਂ ਬੋਲਣ ਦਿਆ ਗਿਆ, ਨੌਜਵਾਨੀ ਜੇ ਗੁੱਸਾ ਕਰਦੀ ਹੈ ਤਾਂ ਇਹ 'ਚ ਗੁੱਸੇ ਵਾਲੀ ਕੋਈ ਗੱਲ ਹੀ ਨਹੀਂ। ਸਭ ਤੋਂ ਪਹਿਲਾਂ ਹੀ ਗੱਲ ਇਹ ਹੋਈ ਸੀ ਕਿ ਭਾਈ ਆਪਣਾ ਝੰਡਾ ਖਤਮ ਕਰਕੇ ਕਿਸਾਨੀ ਦੇ ਝੰਡੇ ਥੱਲੇ ਆ ਜਾਓ। ਰਾਜੇਵਾਲ ਸਾਹਿਬ ਤਾਂ ਇਹ ਵੀ ਗੱਲ ਕਹਿ ਰਹੇ ਨੇ ਨਾ, ਉਹ ਕਹਿੰਦੇ ਨੌਜਵਾਨਾਂ ਨੂੰ ਪਤਾ ਨਹੀਂ ਕਿ ਮਨੂਵਾਦ ਕੀ ਹੁੰਦਾ। ਇਹ ਸਾਰੀਆਂ ਸਥਿਤੀਆਂ ਨੂੰ ਜਿਹੜਾ ਇਹਨਾਂ ਚੀਜ਼ਾਂ ਵਿੱਚੋਂ ਅਸੀਂ ਲੰਘ ਚੁੱਕੇ ਹਾਂ, ਸਾਨੂੰ ਪਤਾ ਹੈ ਕਿ ਸਰਕਾਰ ਕਿੱਥੇ ਗੇਮ ਖੇਡਦੀ ਹੈ, ਅਸੀਂ ਕਿੱਥੇ ਬੈਠੇ ਹਾਂ ਨਾ। ਬਿਲਕੁਲ ਉਹਨਾਂ ਨੂੰ ਪਤਾ ਹੈ, ਉਹ ਤਾਂ ਹੀ ਦੇਖੋ ਐਕਸਪਰਟ ਨੇ, ਉਹ ਐਕਸਪੀਰੀਅੰਸ ਹੈ ਉਹਨਾਂ ਨੂੰ, ਇੰਨੇ ਲੰਮੇ ਸਮੇਂ ਤੋਂ ਸੰਘਰਸ਼ਾਂ ਦੇ ਵਿੱਚੋਂ ਗੁਜ਼ਰੇ ਨੇ। ਕਿਵੇਂ ਲੋਕ, ਕਿਵੇਂ ਸ਼ਰਾਰਤੀ ਅਨਸਰ, ਕਿਵੇਂ ਸਰਕਾਰਾਂ ਕਿਸ ਦਾ ਸਹਿਯੋਗ ਲੈ ਲੈਂਦੀਆਂ ਨੇ ਸੰਘਰਸ਼ਾਂ ਨੂੰ ਖਤਮ ਕਰਨ ਦੇ ਲਈ, ਕਿੱਥੇ ਤੱਕ ਚਲੀਆਂ ਜਾਂਦੇ ਨੇ, ਇਹਨਾਂ ਨੂੰ ਪਤਾ ਨਹੀਂ ਨੌਜਵਾਨਾਂ ਨੂੰ। ਹਲੇ ਇਹ ਨਵੇਂ ਨੇ, ਇੱਦਾਂ ਦੇ ਅੰਦੋਲਨਾਂ ਦੇ ਜਦੋਂ ਹਿੱਸਾ ਬਣਨਗੇ ਇਹਨਾਂ ਨੂੰ ਵੀ ਪਤਾ ਲੱਗਦਾ ਚਲਾ ਜਾਊਗਾ। ਇਹ ਵੀ ਨੀਤੀਆਂ ਦੇ ਘਾੜੇ ਬਣ ਜਾਣਗੇ, ਇਹ ਵੀ ਐਕਸਪਰਟ ਬਣ ਜਾਣਗੇ। ਪਰ ਫਿਲਹਾਲ ਜਿਹੜਾ ਹੈਗਾ ਇਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਜੇ ਸਾਡੇ ਬਜ਼ੁਰਗ ਨੇ, ਉਹ ਲੰਮੇਰੀ ਉਮਰ ਹੈ, ਉਹਨਾਂ ਨੇ ਲੰਮਾ ਸਮਾਂ ਸੰਘਰਸ਼ ਕਰ ਜ਼ਿੰਦਗੀ ਜੀਤੀ ਹੈ, ਮਾਹਰ ਨੇ ਉਹ, ਅਤੇ ਉਹਨਾਂ ਨੂੰ ਮੌਕਾ ਦਿਆ ਜਾਵੇ। ਦੀਪ ਸਿੱਧੂ ਵਰਗਿਆਂ ਨੂੰ ਵੀ ਸਿੱਖਣ ਦੀ ਲੋੜ ਹੈ ਇੱਥੇ। ਜੇ ਕੱਲ੍ਹ ਨੂੰ ਉਹ ਨੇਤਾ ਬਣ ਕੇ ਉੱਭਰਦਾ, ਲੀਡਰ ਬਣ ਕੇ ਆਉਂਦਾ, ਨੌਜਵਾਨ ਉਹਦੇ ਮਗਰ ਲੱਗਦੇ ਨੇ, ਲੱਖਾ ਸਿਧਾਣਾ ਜਾਂ ਦੀਪ ਸਿੱਧੂ ਆ, ਜੇ ਉਹਨਾਂ ਦੀ ਗੱਲ ਮੰਨਦੇ ਨੇ ਨੌਜਵਾਨ, ਤਾਂ ਉਹਨਾਂ ਨੂੰ ਇਹਨਾਂ ਅੰਦੋਲਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਇਹ ਜੁੜ ਕੇ ਬੈਠਣ। ਸਗੋਂ ਉਹ ਹਰ ਇੱਕ ਨੀਤੀ ਨੂੰ ਸਮਝਣ, ਗੌਰ ਨਾਲ ਦੇਖਣ। ਕੱਲ੍ਹ ਨੂੰ ਇਹਨਾਂ ਦੀ ਜਗ੍ਹਾ 'ਤੇ ਉਹਨਾਂ ਨੇ ਬੋਲਣਾ, ਕੱਲ੍ਹ ਨੂੰ ਉਹ ਉਹਨਾਂ ਨੂੰ ਐਕਸਪਰਟ ਕਹਿਣਗੇ ਲੋਕ ਵੀ ਹਾਂ ਤੁਸੀਂ ਫਲਾਣਾ ਅੰਦੋਲਨ ਲੜਿਆ ਸੀਗਾ, ਰਾਜੇਵਾਲ ਉਹ ਨਹੀਂ ਨਾਲ ਸੀਗੇ, ਜਾਂ ਹੋਰ ਲੀਡਰ ਜਿਹੜੇ ਦਰਸ਼ਨਪਾਲ ਵਰਗੇ ਸੁਹਿਰਦ ਬੰਦੇ ਨੇ, ਉਗਰਾਹਾਂ ਵਰਗੇ ਨੇ, ਵੀ ਉਹਨਾਂ ਦੀ ਅਗਵਾਈ ਸੀਗੀ, ਤੁਸੀਂ ਉਹਨਾਂ ਦੇ ਨਾਲ ਸੀਗੇ, ਅਤੇ ਤੁਸੀਂ ਸਾਂਭੋ ਸਟੇਜਾਂ। ਉਦੋਂ ਇਹਨਾਂ ਦਾ ਮੌਕਾ ਹੋਏਗਾ, ਉਦੋਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰਾਂ ਉਸ ਟਾਈਮ ਦੀਆਂ ਕੀ ਗੇਮ ਖੇਡ ਸਕਦੀਆਂ ਨੇ। ਹੁਣ ਇਹਨਾਂ ਨੂੰ ਵੀ ਸਿੱਖਣ ਦੀ ਲੋੜ ਹੈ, ਅਤੇ ਇਹ ਵੀ ਬਿਆਨ ਦੇ ਸਕਦੇ ਨੇ ਸਟੇਜ 'ਤੇ ਆ ਕੇ, ਜਾਂ ਅਖਬਾਰਾਂ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ, ਕਿ ਨੌਜਵਾਨ ਨੂੰ ਭੜਕਣ ਦੀ ਲੋੜ ਨਹੀਂ। ਅਸੀਂ ਜਿੱਥੇ ਹੈਗੇ ਸਾਡੀ ਹਾਜ਼ਰੀ ਕਬੂਲ ਕਰੋ, ਅਸੀਂ ਬੈਠੇ ਹਾਂ, ਅਸੀਂ ਇਹਨਾਂ ਦੀ ਅਗਵਾਈ ਕਬੂਲ ਰਹੇ ਹਾਂ। ਅਸੀਂ ਜ਼ਰੂਰੀ ਨਹੀਂ ਸਟੇਜ 'ਤੇ ਆ ਕੇ ਬੋਲਣਾ, ਜੇ ਮੌਕਾ ਮਿਲਦਾ ਤਾਂ ਬੋਲੋ ਵੀ,
ਜੇ ਨਹੀਂ ਮਿਲਦਾ ਤਾਂ ਕੋਈ ਗੱਲ ਨਹੀਂ, ਤੁਹਾਡੀ ਹਾਜ਼ਰੀ ਲੱਗ ਰਹੀ ਹੈ, ਲੋਕ ਤੁਹਾਨੂੰ ਕਬੂਲ ਕਰ ਰਹੇ ਨੇ। ਬਿਲਕੁਲ ਮਸਲਾ ਜਿਹੜਾ ਉਹ ਕਿਸਾਨਾਂ ਦਾ ਹੈ। ਕਿਸਾਨ ਜਿਹੜੇ ਨੇ ਉਹ ਠੰਡ ਦੇ ਵਿੱਚ ਉੱਥੇ ਜਿਹੜਾ ਧੁੰਦ ਵੀ ਤੁਸੀਂ ਦੇਖਿਆ ਪੈਣ ਲੱਗ ਪਈ ਹੈ ਦਿੱਲੀ ਦੇ ਵਿੱਚ, ਉੱਥੇ ਤੇ ਹਾਈਵੇ ਦੇ ਉੱਤੇ ਬੈਠੇ ਨੇ ਕਿਸਾਨ, ਤੰਬੂ ਗੱਡ ਕੇ ਬੈਠੇ ਨੇ। ਪਰ ਲੀਡਰ ਜਿਹੜੇ ਨੇ ਉਹ ਇਹਨਾਂ ਅੰਦੋਲਨਾਂ ਦੇ ਵਿੱਚ ਜਾਂ ਅਜਿਹੇ ਸੰਘਰਸ਼ਾਂ ਦੇ ਵਿੱਚ ਆ ਕੇ ਸੁਰਖੀਆਂ ਬਟੋਰਨ ਦੇ ਲਈ ਇੱਕ ਅੱਧੀ ਫੋਟੋ ਖਿਚਵਾ ਕੇ ਚਲੇ ਜਾਂਦੇ ਨੇ। ਅੱਜ ਅਰਵਿੰਦ ਕੇਜਰੀਵਾਲ ਜੀ ਆਏ ਸੀ, ਕੇਜਰੀਵਾਲ ਸਾਹਿਬ ਦੀ ਤੁਸੀਂ ਸੁਣਿਆ ਬਿਆਨਬਾਜ਼ੀ ਸੁਣੀ ਹੋਣੀ, ਉਹਨਾਂ ਨੇ ਜੋ ਕੁਝ ਉੱਥੇ ਮੀਡੀਆ ਨੂੰ ਕਿਹਾ। ਉਹ ਕਹਿੰਦੇ ਕਿ ਅਸੀਂ ਜਿਹੜਾ ਸਾਡੇ ਉੱਤੇ ਦਬਾਅ ਬਹੁਤ ਸੀ, ਕਹਿੰਦੇ ਬੜੇ ਫੋਨ ਆਉਂਦੇ ਸੀ ਸਾਨੂੰ ਕਿ ਦਿੱਲੀ ਦੇ ਵਿੱਚ ਜੇਲ੍ਹਾਂ ਬਣਾਉਣ ਦੇ ਲਈ ਜਗ੍ਹਾ ਦੇ ਦਿਓ, ਜਾਂ ਬਰਾੜੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਸਾਜ਼ਿਸ਼ ਕੀ ਸੀ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ? ਦੇਖੋ, ਉਹ ਤਾਂ ਕਹਿੰਦੇ ਕਿ ਮੈਂ ਸਿੰਪਲ ਇੱਕ ਦੌਰਾ ਕਰਨ ਆਇਆ ਸੀ, ਮੈਂ ਲੋਕਾਂ ਨੂੰ ਮਿਲਣ ਆਇਆ ਸੀਗਾ, ਤੇ ਮੈਂ ਦੇਖਣਾ ਚਾਹੁੰਦਾ ਸੀ ਕਿ ਪ੍ਰਬੰਧ ਕਿਵੇਂ ਨੇ, ਠੀਕ ਨੇ, ਕਿਹਨਾਂ ਪਰਿਸਥਿਤੀਆਂ ਦੇ ਵਿੱਚੋਂ ਕਿਸਾਨ ਲੰਘ ਰਹੇ ਨੇ। ਜਿੱਥੇ ਕਿਤੇ ਮੇਰੇ ਪ੍ਰਬੰਧ ਕਰਨ ਦੀ ਲੋੜ ਹੈ, ਉਹਨਾਂ ਨੇ ਬਕਾਇਦਾ ਤੌਰ 'ਤੇ ਇੱਦਾਂ ਗੱਲ ਕਰਕੇ ਹੱਥ ਬੰਨ੍ਹ ਕੇ ਗੱਲ ਕੀਤੀ ਹੈ ਕਿ ਮੈਂ ਪ੍ਰਬੰਧ ਕਰਦਾ ਜਾਊਂਗਾ। ਇਹ ਵੀ ਗੱਲ ਕਰੀ ਹੈ ਕਿ ਮੇਰੇ 'ਤੇ ਦਬਾਅ ਸੀਗਾ ਜਿਹੜਾ ਬਹੁਤ ਜ਼ਿਆਦਾ, ਮੈਂ ਫੇਰ ਵੀ ਨਹੀਂ ਬਣਾਈ, ਜਿਹੜਾ ਨਹੀਂ ਇਜਾਜ਼ਤ ਦਿੱਤੀ ਬਣਾਉਣ ਦੀ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਹਰ ਇੱਕ ਰਾਜਨੀਤਿਕ ਬੰਦਾ ਜਿਹੜਾ ਕਰ ਰਿਹਾ, ਇਹ ਵੀ ਕਰਨਗੇ ਹੀ। ਕੇਜਰੀਵਾਲ ਸਾਹਿਬ ਨੂੰ ਉੱਥੇ ਇਹ ਵੀ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਉਹੀ ਕਿਸਾਨ ਨੇ ਜਿਨ੍ਹਾਂ 'ਤੇ ਪਰਾਲੀ ਦੇ ਧੂਏ ਦਾ ਐਲੀਗੇਸ਼ਨ ਲਾਉਂਦੇ ਨੇ। ਹਾਂ, ਫਿਰ ਉਹੀ ਗੱਲ ਆ ਜਾਂਦੀ ਹੈ, ਉਹ ਇਹਨਾਂ ਚੀਜ਼ਾਂ ਨੂੰ ਕਿਉਂ ਛੇੜਨਗੇ? ਉਹ ਤਾਂ ਆਲਰੇਡੀ ਦੇਖੋ, ਜਦੋਂ ਵਿਰੋਧੀ ਪਾਰਟੀ ਆ, ਬੀਜੇਪੀ ਹਮੇਸ਼ਾ ਵਿਰੋਧ ਦੇ ਵਿੱਚ ਖੜੀ ਆ, ਜਾਂ ਕਾਂਗਰਸ ਹੈ, ਜਾਂ ਹੋਰ ਪਾਰਟੀਆਂ ਨੇ ਵੱਖਰੀਆਂ ਸਟੇਟਸ ਦੇ ਵਿੱਚ, ਤਾਂ ਜਿਹੜੀ ਚੀਜ਼ ਕਿਸਾਨਾਂ ਦੇ ਪੱਖ 'ਚ ਜਾਏਗੀ, ਸਰਕਾਰ ਦੇ ਪੱਖ 'ਚ ਜਾਊਗੀ ਜਾਂ ਉਹਨਾਂ ਦੇ ਵਿਰੁੱਧ ਜਾਊਗੀ, ਉਹ ਗੱਲ ਕਿਉਂ ਕਰਨਗੇ ਉਹ? ਕੇਜਰੀਵਾਲ ਇੱਕ ਰਾਜਨੀਤਿਕ ਬੰਦਾ ਹੈ, ਤੇ ਉਹਨੂੰ ਵੀ ਪਤਾ ਹੈ ਕਿ ਸਿਆਸੀ ਲਾਹਾ ਲੈਣਾ ਤਾਂ ਆਪਦੀ ਗੱਲ ਕਰਨੀ ਹੈ। ਤੁਸੀਂ ਦੇਖਿਆ ਹੋਊਗਾ ਉਹਨਾਂ ਦੇ ਨਾਲ ਦੇ ਬੰਦੇ ਜਿਹੜੇ ਆਏ ਸੀ, ਇੱਕ ਦੋ ਉਹਨਾਂ ਨੂੰ ਜਦੋਂ ਮੀਡੀਆ ਨੇ ਗੱਲਾਂ ਕਰਨੀਆਂ ਚਾਹੀਆਂ ਤਾਂ ਇੱਕ ਦੋ ਗੱਲ ਦਾ ਜਵਾਬ ਦੇ ਕੇ ਉਹ ਭੱਜਦੇ ਵੀ ਨਜ਼ਰ ਆਏ ਨੇ ਕਿ ਛੱਡੋ, ਉਹ ਜ਼ਿਆਦਾ ਮੀਡੀਆ ਨਾਲ ਗੱਲ ਵੀ ਨਹੀਂ ਕੀਤੀ। ਉਹਨਾਂ ਨੂੰ ਪਤਾ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਉਡਾ ਲਿਆ ਜਾਊਗਾ। ਸੋ ਇਹ ਉਹ ਗੱਲਾਂ ਕਰਨਗੇ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਸਿਆਸੀ ਫਾਇਦਾ ਦਿੰਦੀਆਂ ਨੇ। ਸੋ ਉਹ ਗੱਲ ਕਰਕੇ ਜਿਵੇਂ ਹੋਰ ਪਾਰਟੀਆਂ ਦੇ ਬੰਦੇ ਰਾਜਨੀਤਿਕ ਬੰਦੇ ਆਏ ਨੇ, ਆਗੂ ਆਏ ਨੇ, ਜਾਂ ਕਾਂਗਰਸ ਵੀ ਜਿਹੜੀ ਜੰਤਰ ਮੰਤਰ ਤੇ ਅੱਜ ਤੁਸੀਂ ਦੇਖਿਆ ਲੋਕ ਸਭਾ ਮੈਂਬਰ ਉਹ ਵੀ ਲੱਗੇ ਸੀ ਧਰਨਾ ਦੇਣ। ਇਜਾਜ਼ਤ ਮੰਗੀ ਸੀ ਉਹਨਾਂ ਨੇ ਧਰਨਾ ਦੇਣ ਦੀ, ਤਾਂ ਪਰ ਉਹਨਾਂ ਨੂੰ ਮਿਲੀ ਨਹੀਂ। ਗੱਲ ਤਾਂ ਇੰਨੀ ਕਿ ਅੱਜ ਇਜਾਜ਼ਤ, ਫਿਰ ਉਹ ਵਾਰ-ਵਾਰ ਸੁਖਵਿੰਦਰ ਇੱਕੋ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਲੋਕ ਕਿਸਾਨੀ ਦਾ ਭਲਾ ਚਾਹੁੰਦੇ ਨੇ ਕਿ ਆਪਣੀ ਤੂਤੀ ਵਜਾਉਣਾ ਚਾਹੁੰਦੇ ਨੇ। ਅਲੱਗ-ਅਲੱਗ ਜਾ ਕੇ ਕਿਉਂ ਆਪਣਾ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਇੱਥੇ ਬੈਠੇ ਹਾਂ, ਅਸੀਂ ਕਾਂਗਰਸੀ ਹਾਂ, ਅਸੀਂ ਭਾਜਪਾ ਹੀ ਹਾਂ, ਅਸੀਂ ਅਕਾਲੀ ਹਾਂ, ਅਸੀਂ ਆਪ ਆਦਮੀ ਪਾਰਟੀ ਦੇ ਹਾਂ ਜਾਂ BSP ਹਾਂ। ਇਹ ਕਿਉਂ ਨਹੀਂ ਜਾ ਕੇ ਸੰਘਰਸ਼ ਦੇ ਵਿੱਚ ਬੈਠ ਜਾਂਦੇ? ਬਿਲਕੁਲ। ਇੱਕ ਹੋਰ ਵੱਡੀ ਗੱਲ ਉੱਥੇ ਇਹ ਰਹੀ ਕਿ ਅੱਜ ਗੁਰਦਾਸ ਮਾਨ ਸਾਹਿਬ ਵੀ ਆਏ ਸੀ, ਉਹਨਾਂ ਦਾ ਵੀ ਕਹਿੰਦੇ ਕੁਝ ਲੋਕ ਵਿਰੋਧ ਕਰਦੇ ਸੀ, ਕੁਝ ਲੋਕ ਹੱਕ ਦੇ ਵਿੱਚ ਸੀ, ਬੋਲਣ ਹੀ ਨਹੀਂ ਦਿੱਤਾ। ਬਿਲਕੁਲ, ਗੁਰਦਾਸ ਮਾਨ ਕਹਿੰਦਾ ਮੈਂ 10 ਮਹੀਨਿਆਂ ਬਾਅਦ ਕੋਠੀ ਤੋਂ ਉਤਰਿਆ, ਮੇਰੀ ਹਾਲਤ ਠੀਕ ਨਹੀਂ ਸੀ, ਜਾਂ ਕਿਸੇ ਤਰ੍ਹਾਂ ਕਿਸੇ ਪਰਿਸਥਿਤੀ ਦਾ ਸਾਹਮਣਾ ਕਰ ਰਿਹਾ ਹੋਊ ਮਾਨਸਿਕ ਤੌਰ 'ਤੇ ਜਾਂ ਕਿਸੇ ਸਰੀਰਕ ਤੌਰ 'ਤੇ, ਅਤੇ ਉਹਨੂੰ ਬਕਾਇਦਾ ਤੌਰ 'ਤੇ ਜਦੋਂ ਸਟੇਜ 'ਤੇ ਆਇਆ ਤਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਕੱਲਾ ਗੁਰਦਾਸ ਮਾਨ ਨਹੀਂ, ਹੰਸਰਾਜ ਨੂੰ ਵੀ ਲੋਕਾਂ ਨੇ ਭਜਾਇਆ ਉੱਥੋਂ ਮੋਗੇ ਤੋਂ, ਅਤੇ ਹੰਸਰਾਜ ਵਰਗੇ ਹੁਣ ਲੋਕਾਂ 'ਚ ਕਿਹੜਾ ਮੂੰਹ ਲੈ ਕੇ ਜਾ ਰਹੇ ਨੇ? ਚਾਹੇ ਗੁਰਦਾਸ ਮਾਨ ਆ, ਚਾਹੇ ਆ। ਇੱਕ ਪਾਸੇ ਦਲਜੀਤ ਦੋਸਾਂਝ ਵਰਗਾ ਆਉਂਦਾ ਤਾਂ ਉਹਨੂੰ ਸਟੇਜ ਦਿੱਤੀ ਜਾਂਦੀ ਹੈ, ਉਹ ਆਪ ਬੋਲਦਾ ਨਹੀਂ, ਉਹ ਸਿੱਧੀ ਗੱਲ ਕਰਦਾ ਕਿ ਮੈਂ ਬੋਲਣ ਨਹੀਂ ਆਇਆ, ਮੈਂ ਤਾਂ ਹਾਜ਼ਰੀ ਲਵਾਉਣ ਆਇਆ ਇੱਥੇ ਸਿਰਫ। ਅਤੇ ਇੱਕ ਪਾਸੇ ਜਾ ਕੇ ਜਦੋਂ ਇਹ ਐਡਾ ਵੱਡਾ ਕਲਾਕਾਰ ਜਾਂਦਾ ਤਾਂ ਉਹਨੂੰ ਬੋਲਣ ਨਹੀਂ ਦਿੱਤਾ ਜਾਂਦਾ। ਤਾਂ ਇਹ ਲੋਕਾਂ ਦਾ ਰੋਹ ਤਾਂ ਹੈ ਨਾ, ਪਤਾ ਤਾਂ ਲੱਗਦਾ ਨਾ। ਜੇ ਹੁਣ ਲੋਕ ਇਹਨਾਂ ਨੂੰ ਸਿਰ 'ਤੇ ਚੱਕ ਕੇ ਬਿਠਾਉਂਦੇ ਆ, ਚਾਹੇ ਸਿਆਸਤ ਦੇ ਵਿੱਚ ਬਿਠਾਉਂਦੇ ਆ, ਚਾਹੇ ਇਹਨਾਂ ਖੇਤਰਾਂ 'ਚ ਬਿਠਾਉਂਦੇ ਆ, ਕਲਾਕਾਰੀ ਦੇ ਖੇਤਰਾਂ 'ਚ, ਠੀਕ ਹੈ, ਅਮੀਰ ਕਰ ਦਿੰਦੇ ਆ ਲੋਕ ਇਹਨਾਂ ਨੂੰ, ਪੈਸੇ ਮਤਲਬ ਆਪਣੀ ਜੇਬਾਂ 'ਚੋਂ ਕੱਢ ਕੇ ਇਹਨਾਂ ਦੇ ਘਰ ਭਰ ਦਿੰਦੇ ਆ। ਅਤੇ ਇਹ ਲੋਕ ਜਾ ਕੇ ਫਿਰ ਪੰਜਾਬੀਆਂ ਦੇ ਲੱਤ ਮਾਰਨ ਨੂੰ ਖੜ੍ਹ ਜਾਂਦੇ ਆ। ਉਹ ਜਿਹੜੀ ਗੱਲ ਹੋਈ ਸੀ, ਉਹ ਸਟੇਜ ਦੇ ਉੱਤੇ ਬੋਲੀ ਸੀ, ਗੁਰਦਾਸ ਮਾਨ ਵੱਲੋਂ ਬੋਲੀ ਗਈ ਸੀ, ਉਹਦੇ ਕਰਕੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਅਤੇ ਅੱਗੇ ਨੂੰ ਅਕਲ ਵੀ ਆ ਜਾਏਗੀ। ਐਡੇ ਵੱਡੇ ਇਕੱਠ ਦੇ ਵਿੱਚ ਜਦੋਂ ਨਹੀਂ ਬੋਲਣ ਦਿੱਤਾ, ਕੰਨਾਂ ਨੂੰ ਹੱਥ ਲਾ ਕੇ ਦਿਖਾਇਆ ਜਾ ਰਿਹਾ, ਹੱਥ ਜੋੜ ਕੇ ਦਿਖਾਇਆ ਜਾ ਰਿਹਾ। ਹੁਣ ਕਿਉਂ ਹੱਥ ਜੋੜਦੇ ਹੋ? ਜਦੋਂ ਪੰਜਾਬੀਆਂ ਦੀ ਗੱਲ ਕਰਨੀ ਹੁੰਦੀ ਹੈ, ਤੁਸੀਂ ਉਦੋਂ ਪੰਜਾਬੀਆਂ ਦੇ ਲੱਤ ਮਾਰਨ ਤੋਂ ਚਲੇ ਜਾਂਦੇ ਹੋ। ਜਦੋਂ ਇਕੱਠ ਦਿਖ ਗਿਆ, ਉਦੋਂ ਤੁਸੀਂ ਆ ਗਏ। ਗੱਲ ਹੁਣ ਫਿਰ ਪੰਜਾਬੀ ਵੀ ਸਬਕ ਸਿਖਾਉਣਾ ਜਾਣਦੇ ਨੇ। ਠੀਕ ਹੈ, ਤੁਸੀਂ ਸੀਨੀਅਰ ਬੰਦੇ ਹੋ, ਬਹੁਤ ਤੁਹਾਡੀ ਸਾਰੇ ਕਦਰ ਕਰਦੇ ਸੀਗੇ। ਹੁਣ ਤੱਕ ਗੁਰਦਾਸ ਮਾਨ ਦੇ ਵਿਰੁੱਧ ਕੋਈ ਬੰਦਾ ਨਹੀਂ ਸੀ ਬੋਲਦਾ, ਲੇਕਿਨ ਜਦੋਂ ਸਟੇਜ ਦੇ ਉੱਤੇ ਉਹਨੇ ਪੰਜਾਬੀ ਇੱਕ ਬੰਦੇ ਨੂੰ ਉਹਨੇ ਗੱਲ ਇੱਦਾਂ ਦੀ ਕਹੀ, ਠੀਕ ਹੈ, ਉਹ ਤੋਂ ਬਾਅਦ ਵਿਰੋਧ ਹੋਇਆ, ਪੰਜਾਬੀ ਭਾਸ਼ਾ ਬਾਰੇ ਬੋਲਿਆ, ਉਹ ਤੋਂ ਬਾਅਦ ਵਿਰੋਧ ਹੋਇਆ। ਤਾਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਲੋਕ ਕਿਤੇ ਨਾ ਕਿਤੇ ਜਾ ਕੇ ਸਬਕ ਸਿਖਾਉਣਾ ਜਾਣਦੇ ਨੇ। ਹੰਸਰਾਜ ਵੀ ਆਇਆ, ਲੋਕਾਂ ਦੇ ਵਿੱਚ ਜਾ ਕੇ ਖੜ ਰਿਹਾ। ਹੁਣ ਤੁਸੀਂ ਸਿੱਧੀ ਗੱਲ ਕਰੋ ਵੀ ਮੈਂ ਵਿਰੋਧੀ ਹਾਂ, ਅਸਤੀਫਾ ਦੇਵੇ। ਸਰਕਾਰ ਦੇ ਵਿੱਚ ਬੈਠਾ ਹੈ, ਭਾਜਪਾ ਦਾ ਬੰਦਾ ਹੈ,
ਤੇ ਤੂੰ ਅਸਤੀਫਾ ਦੇ ਕੇ ਸਾਹਮਣੇ ਆ, ਤੂੰ ਲੋਕਾਂ ਦੇ ਵਿੱਚ ਜਾ ਕੇ ਖੜ ਜਾ, ਇਹ ਮੈਂ ਅਸਤੀਫਾ ਦੇਤਾ, ਮੈਂ ਤੁਹਾਡੇ ਨਾਲ ਆ। ਇਹਦਾ ਵਿਰੋਧ ਹੋਣਾ ਸ਼ੁਰੂ ਹੋ ਰਿਹਾ, ਪਰ ਇਹ ਪੰਜਾਬ ਦੀ ਬੀਜੇਪੀ ਇਕਾਈ ਨੂੰ ਨਹੀਂ ਸਮਝ ਆ ਰਹੀ। ਹਾਲਾਂਕਿ ਹਰਿਆਣਾ ਸਮਝ ਗਿਆ। ਹਰਿਆਣਾ ਦੇ ਖੇਤੀ ਮੰਤਰੀ ਨੇ ਬਿਆਨ ਦਿੱਤਾ ਕੱਲ ਕਿ ਮੈਂ ਪਹਿਲਾਂ ਕਿਸਾਨ ਆ, ਮੰਤਰੀ ਬਾਅਦ 'ਚ। ਪਰ ਨਾਲ ਹਰਿਆਣਾ ਦੇ ਖੇਤੀ ਮੰਤਰੀ ਨੇ ਇਹ ਵੀ ਕਿਹਾ ਨਾ ਕਿ ਕਿਸਾਨਾਂ ਨੂੰ SYL ਦਾ ਮੁੱਦਾ ਵੀ ਚੁੱਕ ਲੈਣਾ ਚਾਹੀਦਾ। ਦੇਖੋ ਸ਼ੋਰਲੀ ਤਾਂ ਛੱਡਣੀ ਕਿਸੇ ਪਾਸੇ, ਪਾਰਟੀ ਨਾਲ ਵੀ ਤਾਂ ਬਣਾ ਕੇ ਰੱਖਣੀ ਆ। ਪਰ ਇੱਕ ਗੱਲ ਤਾਂ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਚਲੋ ਬੋਲਿਆ ਤਾਂ ਹੈ ਬੀਜੇਪੀ ਦਾ ਹੋਣ ਦੇ ਨਾਲ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ, ਮੈਂ ਕਿਸਾਨਾਂ ਦੇ ਨਾਲ ਆ। ਇਹ ਕਹਿਣਾ ਵੱਡੀ ਗੱਲ ਹੈ। ਉੱਥੇ ਸਰਕਾਰ ਨੂੰ ਖਤਰਾ ਪੈਦਾ ਹੋ ਗਿਆ। ਹੁਣ JP ਦਲਾਲ ਨੇ ਜਿਹੜਾ ਬਿਆਨ ਦਿੱਤਾ ਹੈ ਖੇਤੀ ਮੰਤਰੀ ਨੇ, ਤਾਂ ਉਹ ਤੇ ਸਰਕਾਰ ਨੂੰ ਖਤਰਾ ਪੈਦਾ ਹੋ ਗਿਆ। ਤੇ ਇਹ ਐਸ਼ਾਂ ਕਰ ਰਹੇ ਨੇ ਕਿ ਸਨੀ ਦਿਓਲ ਹੋ ਗਿਆ, ਕਿ ਹੰਸਰਾਜ ਹੋ ਗਿਆ, ਇਹਨਾਂ ਦਾ ਸਭ ਤੋਂ ਪਹਿਲਾਂ ਫਰਜ਼ ਬਣਦਾ ਸੀ। ਹੈਰਾਨਗੀ ਦੀ ਗੱਲ ਹੈ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਦਫ਼ਤਰ ਦਾ ਉਦਘਾਟਨ ਕਰਨਗੇ, ਉੱਥੇ ਵੀ ਕਿਸਾਨਾਂ ਨੇ ਘੇਰ ਲਿਆ ਵੀ ਤੁਸੀਂ ਕਿਹੜੇ ਮੂੰਹ ਨਾਲ ਦਫ਼ਤਰ ਦਾ ਉਦਘਾਟਨ ਕਰ ਰਹੇ ਹੋ ਜਦੋਂ ਪੰਜਾਬ 'ਚ ਤੁਹਾਡਾ ਬਾਈਕਾਟ ਹੈ। ਦੇਖੋ ਪੰਜਾਬੀ ਹੋਣ ਦੇ ਨਾਤੇ ਤੁਸੀਂ ਇਦਾਂ ਦੇ ਕੰਮ ਕਰੋਗੇ ਤਾਂ ਲੋਕਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਣਾ। ਲੋਕ ਕਦੋਂ ਤੁਹਾਨੂੰ ਪੈਰ ਲੱਗਣ ਦੇਣਗੇ ਤੁਹਾਡੇ? ਜਦੋਂ ਤੁਸੀਂ ਇਹ ਸਾਰਾ ਪੰਜਾਬ ਤਾਂ ਉੱਥੇ ਤੁਰਿਆ ਫਿਰਦਾ ਹੈ, ਘਰ ਖਾਲੀ ਪਏ ਨੇ, ਪਿੰਡ ਖਾਲੀ ਹੋ ਰਹੇ ਨੇ, ਬੱਚੇ ਉੱਧਰ ਨੂੰ ਦੌੜ ਰਹੇ ਨੇ, ਬੱਚੀਆਂ ਉੱਧਰ ਨੂੰ ਦੌੜ ਰਹੇ ਨੇ, ਨੌਜਵਾਨ ਬੱਚੀਆਂ ਉੱਧਰ ਫਿਰਦੇ ਨੇ, ਤੇ ਤੁਸੀਂ ਜਾ ਕੇ ਦਫ਼ਤਰਾਂ ਦਾ ਉਦਘਾਟਨ ਕਰ ਰਹੇ ਹੋ। ਸ਼ਰਮ ਆਉਣੀ ਚਾਹੀਦੀ ਹੈ ਵੈਸੇ ਤਾਂ ਆਪਣੇ ਆਪ 'ਤੇ ਵੀ। ਹੋਣਾ ਤਾਂ ਇਹ ਚਾਹੀਦਾ ਕਿ ਯਾਰ ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਡਾ ਪੰਜਾਬੀ ਭਾਈਚਾਰਾ, ਚਾਹੇ ਉਹ ਕਿਸਾਨ ਨੇ, ਚਾਹੇ ਮਜ਼ਦੂਰ ਨੇ, ਚਾਹੇ ਕੋਈ ਕਿਸੇ ਤਰ੍ਹਾਂ ਦੀ ਕਿਸੇ ਜਾਤ ਦਾ ਹੈ, ਕਿਸੇ ਧਰਮ ਦਾ ਹੈ, ਸਾਨੂੰ ਨਹੀਂ ਪਤਾ। ਜਦੋਂ ਸਾਡਾ ਪੰਜਾਬ ਉਹ ਦਿੱਲੀ ਤੁਰਿਆ ਫਿਰਦਾ ਹੈ, ਜਦੋਂ ਔਖੇ ਨੇ ਸਾਡੇ, ਅਸੀਂ ਤਾਂ ਨਾਲ ਆ। ਵੋਟਾਂ ਤਾਂ ਅਸੀਂ ਪੰਜਾਬ 'ਚੋਂ ਲੈਣੀਆਂ ਨੇ, ਸੱਤਾ ਤੇ ਤੁਹਾਨੂੰ ਪੰਜਾਬੀਆਂ ਨੇ ਬਿਠਾਉਣਾ। ਤੇ ਤੁਸੀਂ ਜਾ ਕੇ ਦਫ਼ਤਰਾਂ ਦਾ ਉਦਘਾਟਨ ਕਰ ਰਹੇ ਜਦੋਂ ਕਿ ਪੰਜਾਬ ਉੱਧਰ ਬੈਠਾ ਰੁਲ ਰਿਹਾ ਵਿਚਾਰਾ, ਸੜਕਾਂ ਦੇ ਉੱਤੇ ਠੰਡ ਦੇ ਵਿੱਚ ਬੈਠਾ, ਬਾਹਰ ਸੜਕਾਂ ਦੇ ਚੁੱਲ੍ਹੇ ਲਾ ਕੇ ਰੋਟੀਆਂ ਬਣਾ ਰਿਹਾ ਆਪਦੀਆਂ, ਤੇ ਤੁਸੀਂ ਇੱਥੇ ਉਦਘਾਟਨ ਕਰ ਰਹੇ ਹੋ। ਤੇ ਮੇਰੇ ਖਿਆਲ ਨਾਲ ਤਾਂ ਮੂਰਖਤਾ ਹੀ ਹੈ ਇਹ। ਜੀ ਬਿਲਕੁਲ, ਬੀਜੇਪੀ ਨੂੰ ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ। ਜੇ ਪੰਜਾਬ ਦੇ ਵਿੱਚ ਜਾਂ ਕਿਸਾਨਾਂ ਦੇ ਵਿੱਚ ਰੋਸ ਹੈ ਤਾਂ ਉਸ ਨੂੰ ਪਹਿਲਾਂ ਕਲੀਅਰ ਕਰਨ, ਉਸ ਤੋਂ ਬਾਅਦ ਆਪਣਾ ਜਿਹੜੀ ਸਿਆਸੀ ਜ਼ਮੀਨ ਉਹਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨ। ਫਿਰ ਇਹਨਾਂ ਨੂੰ ਪਤਾ ਲੱਗੇ, ਵਿੱਚ ਬਹਿ ਕੇ ਗੱਲਬਾਤ ਕਰਨ, ਇਹਨਾਂ ਦੇ ਵਿੱਚ ਆਉਣਗੇ। ਪਹਿਲੀ ਗੱਲ ਤਾਂ ਵਿੱਚ ਆਉਣ ਦਿੰਦੇ ਨਹੀਂ, ਪਰ ਜੇ ਬਾਹਰੋਂ ਬਾਹਰ ਵੀ ਕੁਝ ਕਰਨਾ ਤਾਂ ਕਿਸਾਨਾਂ ਦੀ ਸਪੋਰਟ ਕਰ ਲੈਣੀ ਚਾਹੀਦੀ ਹੈ, ਤਾਂ ਕਿ ਜਿਹੜੀ ਪੰਜਾਬ ਦੇ ਵਿੱਚ ਮਾੜੀ ਮੋਟੀ ਬਣਦੀ ਸਾਖ ਜਿਹੜੀ ਬਚਦੀ ਖੁਚਦੀ ਹੈ ਤੇ ਉਹਨੂੰ ਬਚਾਇਆ ਜਾ ਸਕੇ। ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। 8 ਤਰੀਕ ਦਾ ਭਾਰਤ ਬੰਦ ਹੈ, ਕਿਸਾਨਾਂ ਦੇ ਹੱਕ ਵਿੱਚ ਸਭ ਪਾਸੇ ਜਿਹੜਾ ਉਹ ਬੰਦ ਨੂੰ ਪੂਰਾ ਸਮਰਥਨ ਮਿਲ ਰਿਹਾ। ਤੁਸੀਂ ਵੀ ਜਿਹੜਾ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।